ਹੈਲੋ ਸਟੂਡੈਂਟ, ਅੱਜ ਆਪਾਂ ਪਾਠ ਪੁਸਤਕ ਸਾਹਿਤਮਾਲਾ 10ਵੀਂ ਦੀ ਕਵਿਤਾ ਸੋ ਕਿਉ ਮੰਦਾ ਆਖੀਏ ਜੋ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਹੈ ਉਸ ਬਾਰੇ ਪੜ੍ਹਨ ਜਾ ਰਹੇ ਹਾਂ। ਬੱਚੇ, ਕਵਿਤਾ ਪੜ੍ਹਨ ਤੋਂ ਪਹਿਲਾਂ ਜਿਸ ਕਵੀ ਨੇ ਇਹ ਕਵਿਤਾ ਲਿਖੀ ਹੁੰਦੀ ਹੈ ਉਹਨਾਂ ਦੀ ਜਾਣ ਪਛਾਣ ਬਾਰੇ ਪਤਾ ਹੋਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਬਾਰੇ ਸਭ ਨੂੰ ਪਤਾ ਹੈ ਕਿ ਉਹ ਸਿੱਖਾਂ ਦੇ ਪਹਿਲੇ ਗੁਰੂ ਸਨ। ਉਹਨਾਂ ਦਾ ਜਿਹੜਾ ਜਨਮ ਹੈ 1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ, ਜੋ ਕਿ ਅੱਜ ਕੱਲ੍ਹ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈ, ਹੋਇਆ। ਆਪ ਜੀ ਦੇ ਮਾਤਾ ਦਾ ਨਾਮ ਤ੍ਰਿਪਤਾ ਅਤੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ। ਮਹਿਤਾ ਕਾਲੂ ਜੀ ਇੱਕ ਪਟਵਾਰੀ ਸਨ। ਗੁਰੂ ਜੀ ਦੀ ਇੱਕ ਵੱਡੀ ਭੈਣ ਸੀ ਜਿਨ੍ਹਾਂ ਦਾ ਨਾਮ ਬੇਬੇ ਨਾਨਕੀ ਸੀ। ਲਗਭਗ 19 ਸਾਲ ਦੀ ਉਮਰ ਵਿੱਚ ਆਪ ਜੀ ਦਾ ਵਿਆਹ ਬਟਾਲਾ ਨਿਵਾਸੀ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ। ਉਸ ਤੋਂ ਬਾਅਦ ਆਪ ਜੀ ਦੇ ਘਰ 2 ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦਾ ਨਾਮ ਸ਼੍ਰੀ ਚੰਦ ਤੇ ਲਖਮੀ ਚੰਦ ਸੀ। 38 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੇ ਵੱਡੇ ਹਿੱਸੇ ਵਿੱਚ 4 ਉਦਾਸੀਆਂ ਕੀਤੀਆਂ। ਉਦਾਸੀਆਂ ਮਤਲਬ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਤੋਂ ਬਾਅਦ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਕਰਤਾਰਪੁਰ, ਜੋ ਕਿ ਪਾਕਿਸਤਾਨ ਵਿੱਚ ਹੈ, ਉੱਥੇ ਬਤੀਤ ਕੀਤਾ ਅਤੇ 1539 ਵਿੱਚ ਭਾਈ ਲਹਿਣਾ ਜੀ, ਜਿਨ੍ਹਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਸਨ, ਉਹਨਾਂ ਨੂੰ ਗੁਰਗੱਦੀ ਦੇਣ ਤੋਂ ਬਾਅਦ 22 ਸਤੰਬਰ 1539 ਈਸਵੀ ਵਿੱਚ ਆਪ ਜੋਤੀ ਜੋਤ ਸਮਾ ਗਏ। ਇਹ ਤਾਂ ਸੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ ਬਾਰੇ। ਹੁਣ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਜਿਹੜੀਆਂ ਰਚਨਾਵਾਂ ਨੇ ਉਹ ਕਿਹੜੀਆਂ ਨੇ। ਉਹਨਾਂ ਦੀ ਜਿਹੜੀ ਰਚਨਾਵਾਂ ਦੀ ਗਿਣਤੀ ਹੈ 974 ਹੈ। ਇਹਨਾਂ ਵਿੱਚੋਂ ਮੁੱਖ ਰਚਨਾਵਾਂ ਕਿਹੜੀਆਂ ਨੇ, ਜਿਵੇਂ ਜਪਜੀ ਸਾਹਿਬ, ਆਸਾਂ ਦੀ ਵਾਰ, 12 ਮਹਾਂ, ਸਿੱਧ ਗੋਸ਼ਟੀ ਆਦਿ। ਗੁਰੂ ਜੀ ਨੇ ਆਪਣੀਆਂ ਸਾਰੀਆਂ ਰਚਨਾਵਾਂ ਵਿੱਚ ਨਿਰਾਕਾਰ ਪਰਮਾਤਮਾ ਦੀ ਹੋਂਦ ਨੂੰ ਸਵੀਕਾਰ ਕੀਤਾ ਹੈ। ਔਰਤਾਂ ਪ੍ਰਤੀ ਈਰਖਾਲੂ ਭਾਵ ਦਾ ਵਿਰੋਧ ਕੀਤਾ ਹੈ ਅਤੇ ਆਮ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਪ੍ਰਭੂ ਪ੍ਰੇਮ ਲਈ ਪ੍ਰੇਰਿਆ ਹੈ। ਆਪ ਜੀ ਦੀ ਸਾਰੀ ਬਾਣੀ ਵਿੱਚ ਅਰਬੀ, ਫਾਰਸੀ, ਸੰਸਕ੍ਰਿਤੀ ਆਦਿ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਅੱਜ ਆਪਾਂ ਉਹਨਾਂ ਦੇ ਦੁਆਰਾ ਰਚਿਤ ਸੋ ਕਿਉ ਮੰਦਾ ਆਖੀਏ ਕਵਿਤਾ ਬਾਰੇ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਬੱਚੇ, ਜਦੋਂ ਵੀ ਤੁਸੀਂ ਵਿਆਖਿਆ ਕਰਨੀ ਹੈ, ਮੰਨ ਲਓ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਆਉਂਦੀ ਹੈ, ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇਹਨਾਂ ਦਾ ਪ੍ਰਸੰਗ ਹੈ ਉਹ ਕਿਸ ਤਰ੍ਹਾਂ ਲਿਖਣਾ ਹੈ। ਪੰਡ ਜੰਮੀਏ ਪੰਡ ਨੀਮੀਏ, ਪੰਡ ਮੰਗਣ ਵਿਆਹੇ, ਪੰਡ ਹੋਵੇ ਦੋਸਤੀ, ਪੰਡ ਚੱਲੇ ਰਾਹੇ, ਪੰਡ ਮੂਆ, ਪੰਡ ਭਾਲੇ, ਪੰਡ ਹੋਵੇ ਬਦਾਮ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ। ਮੰਨ ਲਓ ਇੱਥੋਂ ਤੱਕ ਤੁਹਾਨੂੰ ਇਹ ਲਾਈਨਾਂ ਆਉਂਦੀਆਂ ਕਵਿਤਾਵਾਂ ਦੀਆਂ ਅਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਪ੍ਰਸੰਗ ਸਹਿਤ ਵਿਆਖਿਆ ਲਿਖੋ, ਤਾਂ ਤੁਸੀਂ ਸਭ ਤੋਂ ਪਹਿਲਾਂ ਪ੍ਰਸੰਗ ਲਿਖੋਗੇ। ਕੀ ਲਿਖੋਗੇ ਇਹਦੇ ਵਿੱਚ ਕਿ ਜਿਹੜਾ ਉਪਰੋਕਤ ਕਾਵ ਟੋਟਾ ਮਤਲਬ ਕਵਿਤਾ ਦਾ ਇੱਕ ਹਿੱਸਾ, ਸਾਹਿਤਮਾਲਾ 10 ਮਤਲਬ 10ਵੀਂ ਦੀ ਜਮਾਤ ਦੀ ਸਾਹਿਤਮਾਲਾ ਪਾਠ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਸੋ ਕਿਉ ਮੰਦਾ ਆਖੀਏ ਵਿੱਚੋਂ ਲਿਆ ਗਿਆ ਹੈ। ਦੇਖੋ, ਤੁਸੀਂ ਕਵੀ ਦਾ ਨਾਮ ਵੀ ਲਿਖਣਾ ਹੈ, ਕਵਿਤਾ ਦਾ ਨਾਮ ਵੀ ਲਿਖਣਾ ਹੈ ਅਤੇ ਪਾਠ ਪੁਸਤਕ ਦਾ ਨਾਮ ਵੀ ਲਿਖਣਾ ਹੈ। ਉਸ ਤੋਂ ਬਾਅਦ ਦੱਸਣਾ ਹੈ ਕਿ ਇਸ ਸ਼ਲੋਕ ਵਿੱਚ ਉਹਨਾਂ ਨੇ ਮੇਨ ਕੀ ਉਪਦੇਸ਼ ਦਿੱਤਾ ਹੈ। ਇਸ ਸ਼ਲੋਕ ਵਿੱਚ ਗੁਰੂ ਜੀ ਨੇ ਸਮੁੱਚੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਲੋੜ ਅਤੇ ਪ੍ਰਧਾਨਤਾ ਨੂੰ ਪਛਾਣਨ ਦਾ ਸੰਦੇਸ਼ ਦਿੱਤਾ ਹੈ। ਇਹਨਾਂ ਸਤਰਾਂ ਵਿੱਚ ਗੁਰੂ ਜੀ ਇਸਤਰੀ ਨੂੰ ਬੁਰਾ ਕਹਿਣਾ ਜਾਂ ਉਹਨਾਂ ਨੂੰ ਨੀਵਾਂ ਦਰਸਾਉਣ ਦੀ ਭਾਵਨਾ ਦਾ ਖੰਡਨ ਕਰਦੇ ਹਨ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ ਇਸਤਰੀ ਨੀਵੀਂ ਹੈ ਉਹ ਗਲਤ ਹਨ, ਉਹਨਾਂ ਨੇ ਖੰਡਨ ਕੀਤਾ ਹੈ। ਜਦੋਂ ਤੁਹਾਨੂੰ ਅਗਲੀਆਂ ਲਾਈਨਾਂ ਦੇ ਪ੍ਰਸੰਗ ਸਹਿਤ ਵਿਆਖਿਆ ਲਿਖਣ ਨੂੰ ਕਿਹਾ ਜਾਵੇਗਾ ਤਾਂ ਪ੍ਰਸੰਗ ਤੁਸੀਂ ਬੱਚੇ ਸੇਮ ਹੀ ਲਿਖਣਾ ਹੈ। ਹੁਣ ਆਪਾਂ ਇੱਕ ਵਰਡ ਹੈ, ਜਿਹੜਾ ਇੱਕ ਲਾਈਨ ਹੈ, ਉਹਨਾਂ ਦੀ ਵਿਆਖਿਆ ਕਰਦੇ। ਸਭ ਤੋਂ ਪਹਿਲਾਂ ਜਿਹੜਾ ਭੰਡ ਹੈ, ਭੰਡ ਦਾ ਜਿਹੜਾ ਮੀਨਿੰਗ ਹੈ ਉਹ ਔਰਤ ਨੂੰ ਕਿਹਾ ਗਿਆ ਹੈ। ਭੰਡ ਜੰਮੇ ਭੰਡ ਨੀਵੀਂ, ਜੰਮੇ ਮਤਲਬ ਜੰਮਣਾ, ਨੀਵੀਂ ਮਤਲਬ ਪਾਲਣ ਪੋਸ਼ਣ। ਗੁਰੂ ਜੀ ਫਰਮਾਉਂਦੇ ਹਨ ਕਿ ਮਨੁੱਖ ਦਾ ਜਿਹੜਾ ਇਸ ਸੰਸਾਰ ਵਿੱਚ ਜਿਹਦਾ ਆਗਮਨ ਹੋਇਆ ਹੈ, ਆਗਮਨ ਮਤਲਬ ਜਦੋਂ ਮਨੁੱਖ ਆਇਆ ਹੈ, ਉਹ ਕਿਸ ਦੇ ਕਾਰਨ ਆਇਆ ਹੈ? ਔਰਤ ਦੇ ਕਾਰਨ ਹੀ ਆਇਆ ਹੈ। ਔਰਤ ਹੀ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਉਹਨਾਂ ਦਾ ਹੀ ਪਾਲਣ ਪੋਸ਼ਣ ਕਰਦੀ ਹੈ। ਭੰਡ ਮੰਗਣ ਵਿਆਹੇ, ਉਸਦੇ ਸਰੀਰਕ ਵਿਕਾਸ ਵਿੱਚ ਉਸਦਾ ਖਿਆਲ ਰੱਖਦੀ ਹੈ। ਪੁਰਖ ਦੇ ਵੱਡੇ ਹੋਣ 'ਤੇ, ਜਦੋਂ ਜਿਹੜਾ ਮਨੁੱਖ ਹੈ, ਪੁਰਖ ਹੈ, ਇੱਕ ਵੱਡਾ ਹੋ ਜਾਂਦਾ ਹੈ, ਫਿਰ ਜਿਹੜਾ ਉਸਦਾ ਔਰਤ ਦੇ ਨਾਲ ਹੀ ਉਸਦੀ
ਮੰਗਣੀ ਹੁੰਦੀ ਹੈ, ਕੁੜਮਾਈ ਮਤਲਬ ਮੰਗਣੀ ਹੋ ਜਾਂਦੀ ਹੈ, ਤੇ ਫਿਰ ਹੀ ਉਸ ਦੇ ਨਾਲ ਵਿਆਹ ਹੋ ਜਾਂਦਾ ਹੈ। ਭੰਡ ਹੋਵੇ ਦੋਸਤੀ, ਔਰਤ ਦੇ ਨਾਲ ਹੀ ਉਸ ਦਾ ਜਿਹੜਾ ਪ੍ਰੇਮ ਹੈ ਪ੍ਰਵਾਨ ਚੜ੍ਹਦਾ ਹੈ, ਤੇ ਇਸ ਤਰ੍ਹਾਂ ਸੰਸਾਰ ਦੇ ਰਿਸ਼ਤੇ ਬਣਦੇ ਹਨ। ਉਸ ਦਿਨ ਦੋਸਤੀ ਹੁੰਦੀ ਹੈ। ਭੰਡ ਚੱਲੇ ਰਾਹੇ, ਇਸ ਤਰ੍ਹਾਂ ਜਿਹੜਾ ਸੰਸਾਰ ਹੈ ਉਹ ਚੱਲਦਾ ਹੈ। ਅੱਗੇ ਜਿਹੜਾ ਵੰਸ਼ ਹੈ ਉਹ ਵੱਧਦਾ ਹੈ, ਪਰਿਵਾਰ ਅੱਗੇ ਚੱਲਦਾ ਹੈ। ਨੈਕਸਟ ਆ ਗਿਆ ਭੰਡ ਮੂਆ ਭੰਡ ਪਾਲੇ। ਜੇਕਰ ਔਰਤ ਦੀ ਮੌਤ, ਮੂਆ ਮਤਲਬ ਮੌਤ ਹੋ ਜਾਂਦੀ ਹੈ, ਭੰਡ ਮੂਆ, ਜਦੋਂ ਔਰਤ ਦੀ ਮੌਤ ਹੋ ਜਾਂਦੀ ਹੈ, ਭੰਡ ਪਾਲੀਏ, ਤਾਂ ਜਦੋਂ ਉਹਦਾ ਸਾਥ ਛੁੱਟ ਜਾਂਦਾ ਤਾਂ ਔਰਤ ਦੀ ਭਾਲ ਕੀਤੀ ਜਾਂਦੀ ਹੈ। ਕਿਉਂ ਕੀਤੀ ਜਾਂਦੀ ਹੈ? ਤਾਂ ਕਿ ਪੁਰਖ ਦਾ ਦੁਬਾਰਾ ਵਿਆਹ ਕੀਤਾ ਜਾਵੇ। ਭੰਡ ਮੂਆ ਭੰਡ ਪਾਲੀਏ ਮਤਲਬ ਜਦੋਂ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਇੱਕ ਔਰਤ ਦੀ ਹੀ ਭਾਲ ਕੀਤੀ ਜਾਂਦੀ ਹੈ, ਤਾਂ ਕਿ ਇਸ ਤਰ੍ਹਾਂ ਜਿਹੜੀ ਸੰਸਾਰਿਕ ਜਿਹੜੀ ਰਿਸ਼ਤੇਦਾਰੀ ਹੈ ਉਹ ਚਲਦੀ ਰਹੇ। ਭੰਡ ਹੋਵੇ ਬਦਾਨ। ਬਦਾਨ ਮਤਲਬ ਸਕੇ ਸੰਬੰਧੀ, ਰਿਸ਼ਤੇਦਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਤੇ ਇਸ ਤਰ੍ਹਾਂ ਜਿਹੜੀ ਰਿਸ਼ਤੇਦਾਰੀ ਹੈ ਔਰਤ ਦੇ ਨਾਲ ਹੀ ਚੱਲਦੀ ਹੈ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਕਿਉਂ ਮੰਦਾ ਆਖੀਏ, ਸੋ ਕਿਉਂ ਮੰਦਾ ਆਖੀਏ ਮਤਲਬ ਫਿਰ ਤੁਸੀਂ ਔਰਤ ਨੂੰ ਕਿਉਂ ਬੁਰਾ ਆਖਦੇ ਹੋ, ਕਿਉਂ ਬੁਰਾ ਆਖਦੇ ਹੋ ਉਹਨੂੰ, ਜਿਸ ਦੀ ਕੁੱਖ ਵਿੱਚੋਂ ਇੱਕ ਵੱਡੇ ਵੱਡੇ ਰਾਜਿਆਂ ਨੇ ਵੀ ਜਨਮ ਲਿੱਤਾ ਹੈ। ਜਿਤ ਜੰਮੇ ਰਾਜਾਨ, ਜਿਨ੍ਹਾਂ ਦੀ ਕੁੱਖੋਂ ਵੱਡੇ ਵੱਡੇ ਰਾਜਿਆਂ ਨੇ ਵੀ ਜਨਮ ਲਿੱਤਾ ਹੈ, ਤੁਸੀਂ ਉਸ ਔਰਤ ਨੂੰ ਬੁਰਾ ਕਿਵੇਂ ਆਖ ਸਕਦੇ ਹੋ? ਮਨੁੱਖਤਾ ਦੀ, ਜਿਸ ਨੇ ਮਨੁੱਖਤਾ ਦੀ ਸ਼ੋਭਾ ਨੂੰ ਵਧਾਇਆ ਹੈ। ਅੱਗੇ ਆ ਗਿਆ ਭੰਡ ਹੀ ਭੰਡ ਉਪਜੇ। ਇੱਕ ਔਰਤ ਹੀ ਹੈ ਜੋ ਔਰਤ ਨੂੰ ਉਪਜਦੀ ਹੈ, ਔਰਤ ਤੋਂ ਹੀ ਔਰਤ ਪੈਦਾ ਹੁੰਦੀ ਹੈ। ਭੰਡ ਬਾਜ ਨਾ ਕੋਏ। ਰਾਜਿਆਂ ਨੂੰ ਜਨਮ ਦੇਣ ਵਾਲੀ ਵੀ ਔਰਤ ਹੀ ਹੁੰਦੀ ਹੈ, ਤੇ ਔਰਤ ਨੂੰ ਔਰਤ ਹੀ ਜਨਮ ਦਿੰਦੀ ਹੈ। ਉਸ ਔਰਤ ਤੋਂ ਬਿਨਾਂ ਮਨੁੱਖ ਜਗਤ ਵਿੱਚ ਕੋਈ ਨਹੀਂ। ਭੰਡ ਬਾਜ ਨਾ ਕੋਏ, ਉਸ ਔਰਤ ਤੋਂ ਬਿਨਾਂ ਮਨੁੱਖ ਜਗਤ ਦਾ ਕੋਈ ਨਹੀਂ। ਨਾਨਕ ਭੰਡੇ ਬਾਹਰ ਏਕੋ ਸਾਚਾ ਹੋਏ। ਜੇਕਰ ਉਸ ਦੀ ਹੋਂਦ ਤੋਂ ਬਿਨਾਂ ਕੋਈ ਹੈ ਤਾਂ ਉਹ ਇੱਕੋ ਇੱਕ ਪਰਮਾਤਮਾ ਹੈ, ਕਿ ਸਿਰਫ ਪਰਮਾਤਮਾ ਹੀ ਹੈ ਜਿਸ ਨੂੰ ਔਰਤ ਜਨਮ ਨਹੀਂ ਦਿੰਦੀ। ਜਿਤ ਮੁਖ ਸਦਾ ਸਲਾਹੇ। ਅਜਿਹੇ ਪ੍ਰਭੂ ਦੀ, ਪਰਮਾਤਮਾ ਦੀ ਜਿਹੜੇ ਮੁੱਖ ਸਲਾਹਨਾ ਕਰਦੇ ਹਨ, ਮੁੱਖ ਮਤਲਬ ਮੂੰਹ, ਪ੍ਰਸ਼ੰਸਾ ਕਰਦੇ ਹਨ, ਭਾਗ ਰਤ ਚਾਰੇ, ਸਿਫਤ ਦਾ ਗੁਣਗਾਨ ਕਰਦੇ ਹਨ, ਉਹ ਬੜੇ ਭਾਗਾਂ ਵਾਲੇ ਹੁੰਦੇ ਹਨ। ਭਾਗ ਰਤ ਚਾਰੇ ਮਤਲਬ ਉਹ ਬੜੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਮੂੰਹੋਂ ਪਰਮਾਤਮਾ ਦਾ ਨਾਮ ਸਿਮਰਿਆ ਜਾਂਦਾ ਹੈ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਉਹਨਾਂ ਨੂੰ ਉਸ ਪਰਮਾਤਮਾ ਦੇ ਦਰਬਾਰ ਵਿੱਚ ਜਾ ਕੇ ਕਿਸੇ ਕਿਸਮ ਦਾ ਕੋਈ ਡਰ ਜਾਂ ਭੈ ਨਹੀਂ ਰਹਿੰਦਾ। ਇਹ ਸੀ ਬੱਚੇ ਜਿਹੜੀਆਂ ਤੁਹਾਨੂੰ ਲਾਈਨਾਂ ਦੱਸੀਆਂ ਹੋਈਆਂ ਸੀ ਪ੍ਰਸੰਗ ਸਾਹਿਤ, ਉਹਨਾਂ ਦੀ ਵਿਆਖਿਆ। ਪ੍ਰਸੰਗ ਤੁਹਾਨੂੰ ਦੱਸਤਾ ਪਹਿਲਾਂ, ਉਸ ਤੋਂ ਬਾਅਦ ਉਹਨਾਂ ਦੀ ਕੀ ਆ ਗਿਆ? ਵਿਆਖਿਆ। ਹੁਣ ਇਸ ਪਾਠ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਜਿਹੜੇ ਦਿੱਤੇ ਹੋਏ ਹਨ, ਇਹਦੇ ਵਿੱਚ ਸਿਰਫ 2 ਹੀ ਪ੍ਰਸ਼ਨ ਉੱਤਰ ਨੇ। 3rd ਨੰਬਰ ਤੇ ਆ ਸੋ ਕਿਉ ਮੰਦਾ ਆਖੀਏ ਸ਼ਬਦ ਦਾ ਕੇਂਦਰੀ ਭਾਵ ਲਿਖੋ। ਅਗਲਾ ਕੁਐਸਚਨ ਹੈ ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਇਸਤਰੀ ਦੀ ਮਹਾਨਤਾ ਦੱਸੀ ਗਈ ਹੈ, ਸੰਖੇਪ ਵਿੱਚ ਵਰਣਨ ਕਰੋ। ਦੇਖੋ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਸੋ ਕਿਉ ਮੰਦਾ ਆਖੀਏ ਸ਼ਬਦ ਦਾ ਕੇਂਦਰੀ ਭਾਵ। ਇਹਦੇ ਵਿੱਚ ਕੀ ਦੱਸਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸੋ ਕਿਉ ਮੰਦਾ ਆਖੀਏ ਸ਼ਬਦ ਰਾਹੀਂ ਔਰਤ ਦੀ ਮਹਾਨਤਾ ਨੂੰ ਦਰਸਾਇਆ ਹੈ। ਕਿਸ ਦੀ ਮਹਾਨਤਾ ਦਰਸਾਈ ਹੈ? ਔਰਤ ਦੀ। ਔਰਤ ਹੀ ਸੰਸਾਰ ਦੇ ਵਿਕਾਸ ਦਾ ਮਾਧਿਅਮ ਹੈ। ਵੀ ਇੱਕ ਸੰਸਾਰ ਦਾ ਜਿਹੜਾ ਵਿਕਾਸ ਹੁੰਦਾ ਹੈ ਉਹ ਕਿਸ ਦੇ ਰਾਹੀਂ ਹੁੰਦਾ ਹੈ? ਇੱਕ ਔਰਤ ਰਾਹੀਂ। ਉਸ ਤੋਂ ਬਿਨਾਂ ਇਸ ਧਰਤੀ 'ਤੇ ਕਿਸੇ ਮਨੁੱਖ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਸ ਦੀ ਜਿਹੜੀ ਹੋਂਦ ਹੈ ਉਹਦੇ ਤੋਂ ਉੱਪਰ ਜੇਕਰ ਕੋਈ ਹੈ ਉਹ ਹੈ ਸਿਰਫ ਪਰਮਾਤਮਾ। ਇਸ ਲਈ ਔਰਤ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਉਸ ਤੋਂ ਬਾਹਰ ਸਿਰਫ ਪਰਮਾਤਮਾ ਹੀ ਹੈ, ਹੋਰ ਕੋਈ ਨਹੀਂ। ਇਹ ਸੀ ਬੱਚੇ ਇਹਦਾ ਕੇਂਦਰੀ ਭਾਵ। ਨੈਕਸਟ ਕੁਐਸਚਨ ਆ ਗਿਆ ਸੋ ਕਿਉ ਮੰਦਾ ਆਖੀਏ ਸ਼ਬਦ ਵਿੱਚ ਇਸਤਰੀ ਦੀ ਮਹਾਨਤਾ ਦੱਸੀ ਗਈ ਹੈ, ਸੰਖੇਪ ਵਿੱਚ ਵਰਣਨ ਕਰੋ। ਉਹੀ ਜਿਹੜੀ ਬੱਚੇ ਵਿਆਖਿਆ ਦੱਸੀ ਹੈ ਤੁਸੀਂ ਉਹ ਇਹਦੇ ਵਿੱਚ ਲਿਖ ਸਕਦੇ ਹੋ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੋ ਕਿਉ ਮੰਦਾ ਆਖੀਏ ਰਚਨਾ ਵਿੱਚ ਪਰਮੇਸ਼ਵਰ ਤੋਂ ਬਿਨਾਂ ਔਰਤ ਨੂੰ ਇਸ ਸੰਸਾਰ ਵਿੱਚ ਸਿਰਜਕ ਦੱਸਿਆ ਹੈ ਕਿ ਇੱਕ ਤਾਂ ਪਰਮਾਤਮਾ ਨੇ ਇਸ ਸੰਸਾਰ ਨੂੰ ਸਿਰਜਿਆ ਹੈ ਤੇ ਉਸ ਤੋਂ ਬਾਅਦ ਇੱਕ ਔਰਤ ਨੇ ਸੰਸਾਰ ਨੂੰ ਸਿਰਜਿਆ ਹੈ। ਉਸ ਤੋਂ ਇਸ ਸੰਸਾਰ ਵਿੱਚ ਮਨੁੱਖ ਜਨਮ ਲੈਂਦਾ ਹੈ ਤੇ ਉਹੀ ਉਸ ਦਾ ਪਾਲਣ ਪੋਸ਼ਣ ਕਰਦੀ ਹੈ। ਉਸ ਨਾਲ ਕੁੜਮਾਈ ਹੁੰਦੀ ਹੈ ਤੇ ਵਿਆਹ ਹੁੰਦਾ ਹੈ। ਉਸ ਤੋਂ ਹੀ ਇਸ ਸੰਸਾਰ ਪ੍ਰਤੀ ਪ੍ਰੇਮ ਉਪਜਦਾ ਹੈ ਤੇ ਵੰਸ਼ ਅੱਗੇ ਚੱਲਦਾ ਹੈ। ਉਸ ਦੀ ਮੌਤ ਤੋਂ ਬਾਅਦ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ। ਉਸ ਦੇ ਕਾਰਨ ਹੀ ਸੰਸਾਰਿਕ ਜਿਹੜੀਆਂ ਸਾਕਾਦਾਰੀਆਂ ਹੁੰਦੀਆਂ, ਸਾਕੇਦਾਰ ਮਤਲਬ ਰਿਸ਼ਤੇਦਾਰੀਆਂ ਹੁੰਦੀਆਂ,
ਰਾਜਿਆਂ ਨੂੰ ਵੀ ਉਸਨੇ ਜਨਮ ਦਿੱਤਾ ਹੈ। ਇਸ ਸੰਸਾਰ ਵਿੱਚ ਕੋਈ ਵੀ ਅਜਿਹਾ ਮਨੁੱਖ ਨਹੀਂ ਜਿਹੜਾ ਉਸ ਤੋਂ ਬਿਨਾਂ ਇਸ ਸੰਸਾਰ ਉੱਤੇ ਆਇਆ ਹੋਵੇ। ਉਸ ਦੀ ਹੋਂਦ ਤੋਂ ਉੱਪਰ ਸਿਰਫ ਇੱਕ ਪਰਮਾਤਮਾ ਹੈ। ਜੇਕਰ ਅਸੀਂ ਸਾਰੇ ਉਸ ਔਰਤ ਦੇ ਕਾਰਨ ਹੀ ਹਾਂ ਤਾਂ ਇਸ ਸੰਸਾਰ ਵਿੱਚ ਹਾਂ ਤਾਂ ਸਾਨੂੰ ਉਸ ਨੂੰ ਬੁਰਾ ਆਖਣਾ ਸ਼ੋਭਾ ਨਹੀਂ ਦਿੰਦਾ। ਇਹ ਸੀ ਬੱਚੇ ਇਹਦੇ ਨਾਲ ਪ੍ਰਸ਼ਨ ਉੱਤਰ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੀ ਕਵਿਤਾ ਹੈ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਈ ਹੋਵੇ। ਧੰਨਵਾਦ।